ਕਿਹੋ ਜਿਹਾ ਮਾਹੌਲ ਉਸ ਵੇਲੇ ਹੋਊਗਾ ਜਦੋਂ ਅਨੰਦਪੁਰ ਦੀ ਉਸ ਧਰਤੀ ਨੂੰ ਛੱਡਣਾ ਪਿਆ ਹੋਊਗਾ ਗੁਰੂ ਸਾਹਿਬ ਨੂੰ ਆਪਣੇ ਪਰਿਵਾਰ ਦੇ, ਕਿਸ ਤਰੀਕੇ ਨਾਲ ਉਹ ਲੜਾਈ ਦਾ ਮਾਹੌਲ, ਉਸ ਤੋਂ ਬਾਅਦ ਪਰਿਵਾਰ ਦਾ ਇਸ ਤਰੀਕੇ ਨਾਲ ਵਿਛੜਨਾ, ਉਹਦਾ ਮਹੀਨਾ ਹੋਵੇ, ਠੰਡ ਦੀਆਂ ਰਾਤਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਮੈਨੂੰ ਸਮਝਾਓ, ਕਿਉਂਕਿ ਸਾਰੀਆਂ ਕਿਤਾਬਾਂ ਜਿੰਨੀਆਂ ਮੈਂ ਪੜ੍ਹੀਆਂ ਉਹਦੇ 'ਚ ਇਹੀ ਗੱਲ ਇੱਕ ਸਟੇਟਮੈਂਟ ਦੇ ਕੇ ਗੱਲ ਖਤਮ ਹੋ ਜਾਂਦੀ ਹੈ ਕਿ ਜਿਹੜਾ ਕਨਸੈਪਟ ਆਫ ਮਾਰਟਿਰਡਮ ਇਸਲਾਮ ਦੇ ਵਿੱਚ, ਜੂਡਾਇਜ਼ਮ ਦੇ ਵਿੱਚ ਜਾਂ ਕ੍ਰਿਸਚੈਨਿਟੀ ਦੇ ਵਿੱਚ ਹੈ, ਉਹਦੇ 'ਚ ਇੱਕ ਕਮਿਟਮੈਂਟ ਹੈ, ਇੱਕ ਪ੍ਰੋਮਿਸ ਦਿੱਤਾ ਜਾਂਦਾ। ਲੇਕਿਨ ਸਿੱਖੀਜ਼ਮ ਦੇ ਵਿੱਚ ਜਿਹੜਾ ਇਹ ਇਸ ਕਿਸਮ ਦਾ ਕਨਸੈਪਟ ਨਹੀਂ। ਜੇ ਤੁਸੀਂ ਰੱਬ ਦੇ ਨਾਮ ਦੇ ਉੱਤੇ, ਸਚਾਈ ਦੇ ਉੱਤੇ ਸ਼ਹਾਦਤ ਦੇ ਦਿੱਤੀ, ਤੇ ਜੇ ਤੁਸੀਂ ਗੁਰੂ ਦੇ ਨਾਮ ਦੇ ਉੱਤੇ, ਰੱਬ ਦੇ ਨਾਮ ਦੇ ਉੱਤੇ, ਸਚਾਈ ਦੇ ਨਾਮ ਦੇ ਉੱਤੇ ਗਵਾਹੀ ਦੇ ਦਿੱਤੀ, ਤਾਂ ਐਕਸਪੈਕਟੇਸ਼ਨ ਕਾਹਦੀ? ਤਾਂ ਸਿੱਖ ਜਦੋਂ ਸ਼ਹਾਦਤ ਦਿੰਦਾ ਤਾਂ ਉਸ ਦੇ ਵਿੱਚ ਉਹ ਕੋਈ ਕਿਸੇ ਕਿਸਮ ਦੀ ਉਹਦੀ ਡਿਮਾਂਡ ਨਹੀਂ। ਹਿੰਦੂਇਜ਼ਮ ਤਾਂ ਸ਼ਹਾਦਤ ਦਾ ਕਨਸੈਪਟ ਨਹੀਂ ਹੈ। ਭੋਗਲ ਸਾਹਿਬ ਨੂੰ ਫੜ ਕੇ ਉਹਦੇ ਮਤਲਬ ਗਰਦਨ ਵੱਢਤੀ ਤਾਂ ਬਲੀ ਤੁਹਾਨੂੰ ਮੈਂ ਕਰਤਾ ਰੱਬ ਦੇ ਨਾਮ ਦੇ ਉੱਤੇ ਜਾਂ ਕਿਸੇ ਦੇਵੀ ਦੇਵਤੇ ਦੇ ਉੱਤੇ ਆਪਣੀ ਪੂਜਾ ਪੂਰੀ ਕਰ ਲਈ, ਪੂਜਾ ਪੂਰੀ ਕਰ ਲਈ। ਤੋ ਸ਼ਹਾਦਤ ਦੇਣੀ ਆ ਆਪ ਤੁਸੀਂ, ਤੇ ਜੇ ਤੁਸੀਂ ਰੱਬ ਦੀ ਸੱਚਾਈ ਦੇ ਉੱਤੇ ਸ਼ਹਾਦਤ ਦੇ ਦਿੱਤੀ ਤਾਂ ਤੁਸੀਂ ਐਕਸਪੈਕਟ ਕੀ ਕਰਦੇ ਹੋ ਕਿ ਤੁਸੀਂ ਸੱਚਾਈ, ਗੁਰੂ ਦੀ, ਰੱਬ ਦੀ ਸੱਚਾਈ ਦੇ ਉੱਤੇ ਸ਼ਹਾਦਤ ਦੇ ਰਹੇ ਹੋ। ਬਸ ਦੈਟ ਇਜ਼ ਐਨਫ, ਦੈਟ ਇਜ਼ ਮੋਰ ਦੈਨ ਐਨਫ, ਨਾਟ ਐਨਫ, ਮੋਰ ਦੈਨ ਐਨਫ। ਸਿੱਖਾਂ ਦਾ ਜਿਹੜਾ ਸਾਰਾ ਇਤਿਹਾਸ ਆ, ਜੇ ਉਹਨੂੰ ਆਪਾਂ ਬਰੀਫਲੀ ਇਹ ਕਹਿ ਦਈਏ ਵੀ ਉਹ ਸ਼ਹਾਦਤਾਂ ਦਾ ਇਤਿਹਾਸ, ਸ਼ਹਾਦਤਾਂ ਦਾ ਇਤਿਹਾਸ ਆ ਜਿਸ ਦੇ ਵਿੱਚ ਕੋਈ ਭੁੱਖ ਨਹੀਂ ਰਹਿੰਦੀ। ਕੋਈ ਕਿਸੇ ਸਿੱਖ ਨੇ ਇਹ ਕਿਹਾ ਹੋਵੇ ਮੈਂ ਸ਼ਹਾਦਤ ਇਸ ਲਈ ਦੇ ਰਿਹਾ। ਗੁਰੂ ਨਾਨਕ ਮਹਾਰਾਜ ਦੀ ਵੀ ਸਾਰੀ ਲਾਈਫ ਤੁਸੀਂ ਸਟੱਡੀ ਕਰੋ। ਗੁਰੂ ਨਾਨਕ ਮਹਾਰਾਜ ਨੇ ਤਾਂ ਕੁਛ ਆਪਣੇ ਪਰਿਵਾਰ ਲਈ, ਆਪਣੇ ਆਪ ਲਈ ਰੱਬ ਤੋਂ ਤਾਂ ਕੁਝ ਮੰਗਿਆ ਹੀ ਨਹੀਂ। ਗੁਰੂ ਹਰਗੋਬਿੰਦ ਮਹਾਰਾਜ ਉਹ ਆਪਣੇ ਪੋਤੇ ਨੂੰ ਧੀਰਮਲ ਨੂੰ ਸੁਨੇਹਾ ਭੇਜਦੇ ਆ ਵੀ ਮੈਨੂੰ ਬੀੜ ਦੇ ਦੇ। ਗੁਰੂ ਹਰਗੋਬਿੰਦ ਮਹਾਰਾਜ ਜਦੋਂ ਬੁਢਾਪੇ ਦੀ ਉਮਰ 'ਚ ਜਾਂਦੇ ਆ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਬੈਠਦੇ ਆ। ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਹੁਕਮਨਾਮਾ ਜਾਰੀ ਕਰ। ਇਹ ਮਤਲਬ ਗ੍ਰੰਥ ਦੇ ਵਿੱਚ ਸਿੱਖਾਂ ਨੇ ਮਤਲਬ ਮੁਸਲਮਾਨਾਂ ਦੀ ਤੋਹੀਨ ਕੀਤੀ, ਬੁਲਾਓ। ਤੇ ਜੇ ਮੈਂ ਕੋਈ ਗੱਲ ਇਹੋ ਜਿਹੀ ਸਹੀ ਗੱਲ ਕਰ ਦਿੱਤੀ ਤਾਂ ਮੇਰਾ ਤਾਂ ਸਿਰ ਕਲਮ ਹੋ ਜਾਏਗਾ। ਤਾਂ ਉਹ ਕਹਿੰਦਾ ਜੀ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਬੇਈਮਾਨ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੋਹ ਦਾ ਮਹੀਨਾ, ਠੰਡ ਦੀਆਂ ਰਾਤਾਂ, ਅਤੇ ਇਸ ਚੀਜ਼ ਬੜੀ ਸਮਝਣੀ ਜ਼ਰੂਰੀ ਹੋ ਜਾਂਦੀ ਹੈ ਕਿ ਕਿਹੋ ਜਿਹਾ ਮਾਹੌਲ ਉਸ ਵੇਲੇ ਹੋਊਗਾ ਜਦੋਂ ਅਨੰਦਪੁਰ ਦੀ ਉਸ ਧਰਤੀ ਨੂੰ ਛੱਡਣਾ ਪਿਆ ਹੋਊਗਾ ਗੁਰੂ ਸਾਹਿਬ ਨੂੰ ਆਪਣੇ ਪਰਿਵਾਰ ਦੇ ਨਾਲ। ਬਹੁਤ ਸਾਰੀਆਂ ਚੀਜ਼ਾਂ ਅਸੀਂ ਅਕਸਰ ਸਮੇਂ ਦੇ ਨਾਲ ਭੁੱਲ ਜਾਂਦੇ ਹਾਂ, ਪਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਤਿਹਾਸ ਨੂੰ ਭੁੱਲ ਜਾਈਏ ਤਾਂ ਸਾਡਾ ਭਵਿੱਖ ਜਿਹੜਾ ਹੈਗਾ ਉਹ ਵੀ ਖਤਰੇ ਦੇ ਵਿੱਚ ਹੁੰਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਸਮੇਂ ਤੇ ਸਮੇਂ ਨਾਲ ਕਿ ਅਸੀਂ ਆਪਣੇ ਇਤਿਹਾਸ ਨੂੰ ਵੀ ਵਾਰ-ਵਾਰ ਦੁਹਰਾਉਂਦੇ ਰਹੀਏ, ਸਮਝਦੇ ਰਹੀਏ ਕਿ ਉਸ ਹਫ਼ਤੇ ਦੇ ਦੌਰਾਨ ਹੋਇਆ ਕੀ ਸੀਗਾ। ਅੱਜ ਸਾਡੇ ਨਾਲ ਉੱਘੇ ਇਤਿਹਾਸਕਾਰ ਤੇ ਲੇਖਕ ਗੁਰਦਰਸ਼ਨ ਸਿੰਘ ਢਿੱਲੋਂ ਹੋਣਗੇ। ਉਹਨਾਂ ਨਾਲ ਗੱਲਬਾਤ ਕਰਕੇ ਸਮਝਾਂਗੇ ਕਿ ਇਹਨਾਂ ਨੇ ਕਿਸ ਨਜ਼ਰੀਏ ਨਾਲ ਆਪਣੇ ਉਸ ਸਾਰੇ ਵਾਕਿਆ ਨੂੰ ਆਪਣੇ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਿਆ ਹੋਇਆ ਹੈਗਾ। ਕਿਉਂਕਿ ਪਰਿਵਾਰ ਦਾ ਵਿਛੜਨਾ, ਪੋਹ ਦੀਆਂ ਰਾਤਾਂ ਦੇ ਵਿੱਚ ਜੇ ਤੁਹਾਨੂੰ ਸਾਰਾ ਕੁਝ ਪਰਿਵਾਰ ਵਾੜਨਾ ਪੈ ਜਾਵੇ, ਆਪਣਾ ਪਰਿਵਾਰ ਛੱਡਣਾ ਪੈ ਜਾਵੇ, ਕਿਹੋ ਜਿਹਾ ਮਾਹੌਲ ਹੋਇਆ ਹੋਊਗਾ ਉਸ ਵੇਲੇ, ਕਿਸ ਤਰੀਕੇ ਨਾਲ ਸਰਬੰਸ ਜਿਹੜਾ ਵਾਰਿਆ ਗਿਆ ਹੈਗਾ, ਕਿਸ ਤਰੀਕੇ ਨਾਲ ਉਹ ਲੜਾਈ ਦਾ ਮਾਹੌਲ, ਉਸ ਤੋਂ ਬਾਅਦ ਪਰਿਵਾਰ ਦਾ ਇਸ ਤਰੀਕੇ ਨਾਲ ਵਿਛੜਨਾ, ਕੀ ਸੁਨੇਹਾ ਦਿੱਤਾ ਸੀ ਗੁਰੂ ਸਾਹਿਬ ਨੇ ਸਾਨੂੰ, ਉਹ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਤੇ ਸਿੱਖ ਦੇ ਲਈ ਸ਼ਹਾਦਤਾਂ ਦੀ ਪਰਿਭਾਸ਼ਾ ਕੀ ਹੈਗੀ ਹੈ, ਉਸ ਮਾਹੌਲ ਦੀ, ਉਸ ਮੁਕੱਦਸ ਧਰਤੀ ਦੀ, ਆਨੰਦਪੁਰ ਸਾਹਿਬ ਦੀ ਕੀ ਪਰਿਭਾਸ਼ਾ ਹੈਗੀ ਹੈ, ਉਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਨੂੰ ਵੀ, ਤੁਹਾਡੇ ਸਤਿਕਾਰਤ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਮੈਂ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤੀ ਜੀ, ਪੋਹ ਦਾ ਮਹੀਨਾ ਹੋਵੇ, ਠੰਡ ਦੀਆਂ ਰਾਤਾਂ, ਹਾਂਜੀ ਹਾਂਜੀ, ਠੰਡ ਪੂਰੇ ਜੋਬਨ ਤੇ ਹੁੰਦੀ ਹੈ ਇਸ ਮਹੀਨੇ ਦੇ ਵਿੱਚ, ਹਾਂਜੀ ਹਾਂਜੀ, ਤੇ ਉਸ ਸਮੇਂ ਦੇ ਦੌਰਾਨ ਲੰਮੀ ਜੰਗ ਤੋਂ ਬਾਅਦ ਬਿਲਕੁਲ ਆਪਣਾ ਜਿੱਥੇ ਬੰਦਾ ਇੰਨੇ ਲੰਮੇ ਸਮੇਂ ਤੋਂ ਰਹਿੰਦਾ ਹੋਵੇ ਉਸ ਬਸੇਰੇ ਨੂੰ ਛੱਡਣਾ ਤੇ ਪਰਿਵਾਰ ਦਾ ਵਿਛੜਨਾ, ਬਿਲਕੁਲ, ਤੇ ਪੂਰੇ ਪਰਿਵਾਰ ਦਾ ਕੁਝ ਦਿਨਾਂ ਦੇ ਵਿੱਚ ਇੱਕ
ਖਤਮ ਹੋ ਜਾਣਾ, ਸ਼ਹੀਦ ਹੋ ਜਾਣਾ। ਸ਼ਹੀਦ ਹੋ ਜਾਣਾ। ਤਾਂ ਇਹ ਸਾਰੇ ਵਾਕਿਆ ਨੂੰ ਤੁਸੀਂ ਕਿਸ ਤਰੀਕੇ ਨਾਲ ਆਪਣੇ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਿਆ? ਹਾਂਜੀ, ਦੇਖੋ ਗੱਲ ਇਹ ਆ, ਬਹੁਤ ਦੇਰ ਪਹਿਲਾਂ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੁੰਦੇ ਸੀ ਫਿਲਾਸਫੀ ਦੇ, ਕੰਪੈਰੀਟਿਵ ਰਿਲੀਜਨ ਦਾ ਉਹਨਾਂ ਕੋਲ ਸਬਜੈਕਟ ਵੀ ਹੁੰਦਾ ਸੀ ਜੀ। ਉਹਨਾਂ ਨੇ ਇੱਕ ਪੁਆਇੰਟ ਦਿੱਤਾ, ਪੰਜਾਬ ਦੇ ਵਿੱਚ ਬਹੁਤ ਸਾਰੇ ਇਤਿਹਾਸਕਾਰਾਂ ਨੂੰ ਤੇ ਜਿਹੜੇ ਸਕਾਲਰ ਸੀ, ਵੀ ਮੈਨੂੰ ਇਹ ਗੱਲ ਸਮਝਾਓ ਵੀ ਕਨਸੈਪਟ ਆਫ ਜਿਹੜਾ ਮਾਰਟੀਰਡਮ ਹੈ, ਆਮ ਤੌਰ ਤੇ ਪਰਿਭਾਸ਼ਾ ਬਣੀ ਵੀ ਹੈ, ਇੱਕ ਲੋਕਾਂ ਦਾ ਵਿਚਾਰ ਹੈ ਵੀ ਸਿੱਖਾਂ ਨੇ ਬਾਰੋ ਕੀਤਾ ਫਰੋਮ ਇਸਲਾਮ ਜੀ। ਤੋ ਹੁਣ ਜਿਹੜੇ ਸਾਰੇ ਵੈਸਟਰਨ ਰਿਲੀਜਨ ਆ, ਜਿਹਦੇ ਚ ਕ੍ਰਿਸਚੀਅਨਿਟੀ ਵੀ ਆ, ਜੂਡਾਇਜ਼ਮ ਵੀ ਆ, ਇਸਲਾਮ ਵੀ ਆ, ਉਹਨਾਂ ਦੇ ਵਿੱਚ concept of martyrdom ਹੈ, there is no doubt about that, ਪਰ the concept of martyrdom in Sikhism ਜੀ, ਉਹਦਾ ਕੀ ਡਿਫਰੈਂਸ ਆ, ਕੀ ਉਹਦਾ ਅੰਤਰ ਆ concept of martyrdom of these three religions? ਜੀ। ਇਹ ਗੱਲ ਬੜੀ ਇੰਪੋਰਟੈਂਟ ਆ। ਮੋਸਟ ਆਫ ਦੀ ਹਿਸਟੋਰੀਅਨ ਜਿਹੜੇ ਹੈਗੇ ਆ ਜਾਂ ਜਿਹੜੇ ਥਿੰਕਰ ਆ ਜਿਨ੍ਹਾਂ ਨੇ ਇਸ ਮਤਲਬ ਏਰੀਆ ਦੇ ਵਿੱਚ ਸਟੱਡੀ ਕੀਤੀ ਆ, ਉਹ ਇਹੀ ਕਹਿ ਦਿੰਦੇ ਆ ਜੀ ਉਹਨਾਂ ਤੋਂ ਬਾਰੋ ਕੀਤਾ, ਗੱਲ ਖਤਮ ਹੁੰਦੀ। ਗੱਲ ਖਤਮ ਨਹੀਂ ਹੁੰਦੀ ਜੀ। ਗੱਲ ਇੱਥੋਂ ਸ਼ੁਰੂ ਹੁੰਦੀ ਹੈ। ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ? ਪ੍ਰੋਫੈਸਰ ਮੇਬੀ ਲਿਖਣ ਲੱਗੇ ਵੀ ਜੇ ਤਾਂ ਕੋਈ ਅੰਤਰ ਤੁਹਾਨੂੰ ਲੱਗਦਾ ਜੀ ਤਾਂ ਤੁਸੀਂ ਮੈਨੂੰ ਦੱਸਿਓ, ਤਾਂ ਮੈਂ ਤੁਹਾਨੂੰ ਇਨਵਾਈਟ ਕਰੂੰਗਾ। ਜੇ ਨਹੀਂ ਤੁਹਾਨੂੰ ਅੰਤਰ ਲੱਗਦਾ ਤਾਂ ਉਹੀ ਚੀਜ਼ ਆ, ਤਾਂ ਫਿਰ ਉੱਥੇ ਹਾਂ ਫਿਰ ਉੱਥੇ ਇਨਵਾਈਟ ਕਰਨ ਦਾ ਜਾਂ ਗੱਲ ਕਰਨ ਦਾ ਤਾਂ ਮਤਲਬ ਇਹ ਕੋਈ ਨਹੀਂ। ਤਾਂ ਉਹ ਫਿਰ ਮੈਨੂੰ ਮਹਾਰਾਜ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹ, ਆਈ ਐਮ ਬਿਲੀਵਰ, ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਮੈਨੂੰ ਸਮਝਾਓ, ਕਿਉਂਕਿ ਸਾਰੀਆਂ ਕਿਤਾਬਾਂ ਜਿੰਨੀਆਂ ਮੈਂ ਪੜ੍ਹੀਆਂ ਉਹਦੇ 'ਚ ਇਹੀ ਗੱਲ ਇੱਕ ਸਟੇਟਮੈਂਟ ਦੇ ਕੇ ਗੱਲ ਖਤਮ ਹੋ ਜਾਂਦੀ ਹੈ। ਫਿਰ ਗੁਰੂ ਦੀ ਐਸੀ ਰਹਿਮਤ ਹੋਈ ਸੱਚੇ ਪਾਤਸ਼ਾਹ ਦੀ ਕਿ ਮੈਨੂੰ ਇੱਕ ਗੱਲ ਬੜੀ ਸਮਝ ਆਈ ਵੀ ਜਿਹੜਾ ਕਨਸੈਪਟ ਆਫ ਮਾਰਟੀਰਡਮ ਇਸਲਾਮ ਦੇ ਵਿੱਚ, ਜੂਡਾਇਜ਼ਮ ਦੇ ਵਿੱਚ ਜਾਂ ਕ੍ਰਿਸਚੀਅਨਿਟੀ ਦੇ ਵਿੱਚ ਆ, ਉਹਦੇ 'ਚ ਇੱਕ ਕਮਿਟਮੈਂਟ ਹੈ, ਇੱਕ ਪ੍ਰੋਮਿਸ ਦਿੱਤਾ ਜਾਂਦਾ ਜੀ ਕਿ ਜਦੋਂ ਤੁਸੀਂ ਸ਼ਹਾਦਤ ਦੇ ਕੇ ਜਾਓਗੇ, ਮਤਲਬ ਤਾਂ ਤੁਹਾਨੂੰ ਬਹਿਸ਼ਤ ਦੇ ਵਿੱਚ ਜਾਓਗੇ, ਉੱਥੇ ਉਹ ਚੀਜ਼ਾਂ ਵੀ ਬਹੁਤਾਤ ਵਿੱਚ ਮਿਲਣਗੀਆਂ ਜਿਹੜੀਆਂ ਤੁਹਾਨੂੰ ਇਸ ਜੀਵਨ 'ਚ ਵਰਜਿਤ ਆ। ਤੇ ਸ਼ਰਾਬ ਤੁਹਾਨੂੰ ਵਰਜਿਤ ਆ, ਤੁਹਾਨੂੰ ਮਿਲੇਗੀ ਉੱਥੇ ਜਦੋਂ ਜਾਓਗੇ, ਉਹਦੇ ਦਰਿਆ ਵਗਦੇ ਹੋਣਗੇ। ਹੂਰਾਂ ਤੁਹਾਨੂੰ ਮਿਲਣਗੀਆਂ ਜਿਹੜੀਆਂ ਇਸ ਜਨਮ ਵਿੱਚ ਤੁਹਾਨੂੰ ਵਰਜਿਤ ਆ, ਜਦੋਂ ਸ਼ਹਾਦਤ ਦੇ ਕੇ ਰੱਬ ਦੇ ਨਾਮ ਦੇ ਉੱਤੇ, ਔਨ ਦੀ ਨੇਮ ਆਫ ਗॉड, ਔਨ ਦੀ ਨੇਮ ਆਫ ਅੱਲਾ, ਤੋ ਔਨ ਦੀ ਨੇਮ ਆਫ ਕ੍ਰਾਈਸਟ। ਤੋ ਲੇਕਿਨ ਸਿੱਖੀਜ਼ਮ ਦੇ ਵਿੱਚ ਜਿਹੜਾ ਇਸ ਕਿਸਮ ਦਾ ਕਨਸੈਪਟ ਨਹੀਂ ਹੈਗਾ। ਕਿਉਂ ਨਹੀਂ ਹੈ? ਬੜੀ ਇੰਪੋਰਟੈਂਟ ਗੱਲ ਹੈ, ਬੜੀ ਇੰਟਰਸਟਿੰਗ ਗੱਲ ਹੈ ਜੀ। ਜੇ ਤੁਸੀਂ ਰੱਬ ਦੇ ਨਾਮ ਦੇ ਉੱਤੇ, ਸਚਾਈ ਦੇ ਉੱਤੇ ਸ਼ਹਾਦਤ ਦੇ ਦਿੱਤੀ, ਸ਼ਹਾਦਤ ਦਾ ਮਤਲਬ ਹੈਗਾ ਐਵੀਡੈਂਸ, ਤੁਸੀਂ ਵਿਟਨੈਸ ਦੇਣਾ। ਆਪਾਂ ਆਮ ਪਿੰਡਾਂ ਦੇ ਵਿੱਚ ਨਹੀਂ ਜਾਂਦੇ, ਪਿੰਡਾਂ 'ਚ ਜਾਂਦੇ ਲੋਕ ਕਹਿੰਦੇ ਜੀ ਅਸੀਂ ਫਲਾਨੀ ਜਗ੍ਹਾ ਚੱਲੇ ਹਾਂ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ, ਉੱਥੇ ਸ਼ਹਾਦਤ ਦੇਣੀ ਹੈ, ਗਵਾਹੀ ਦੇਣ ਤੋਂ ਮਤਲਬ ਹੈ ਗਵਾਹੀ ਔਨ ਦੀ ਨੇਮ ਆਫ ਦਾ ਆਲਮਾਈਟੀ ਗॉड, ਠੀਕ ਹੈ ਜੀ। ਤੇ ਜੇ ਤੁਸੀਂ ਗੁਰੂ ਦੇ ਨਾਮ ਦੇ ਉੱਤੇ, ਰੱਬ ਦੇ ਨਾਮ ਦੇ ਉੱਤੇ, ਸਚਾਈ ਦੇ ਨਾਮ ਦੇ ਉੱਤੇ ਗਵਾਹੀ ਦੇ ਦਿੱਤੀ, ਤਾਂ ਐਕਸਪੈਕਟੇਸ਼ਨ ਕਾਹਦੀ ਹੈ? ਦੈਟ ਇਨ ਇਟਸੈਲਫ ਇਜ਼ ਫੁਲਫਿਲਿੰਗ ਜੀ, ਉਹ ਕੰਪਲੀਟ ਹੈ। ਤਾਂ ਸਿੱਖ ਜਦੋਂ ਸ਼ਹਾਦਤ ਦਿੰਦਾ ਤਾਂ ਉਸ ਦੇ ਵਿੱਚ ਉਹ ਕੋਈ ਕਿਸੇ ਕਿਸਮ ਦੀ ਉਹਦੀ ਡਿਮਾਂਡ ਨਹੀਂ, ਬਿਲਕੁਲ ਕਿਸੇ ਕਿਸਮ ਦੀ ਉਹਦੀ ਐਕਸਪੈਕਟੇਸ਼ਨ ਨਹੀਂ ਹੈ। ਔਰ ਇਹ ਇੱਕ ਯੂਨੀਕ ਫੀਚਰ ਆ in the history of the concept of martyrdom in the whole mankind ਜੀ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਧਰਮ ਆ, ਜਿਹੜੇ ਮਤਲਬ ਹਿੰਦੂਇਜ਼ਮ ਤਾਂ ਸ਼ਹਾਦਤ ਦਾ ਕਨਸੈਪਟ ਨਹੀਂ ਨਾ, ਬਿਲਕੁਲ। ਤੋ ਉਹਦੇ ਚ ਤਾਂ ਬਲੀ ਦਾ ਤਾਂ ਇਹ ਆ ਨਾ ਵੀ ਮੈਂ ਅਲੱਗ ਆ, ਮੈਂ ਤੁਹਾਨੂੰ ਫੜ ਕੇ ਭੋਗਲ ਸਾਹਿਬ ਨੂੰ ਫੜ ਕੇ ਉਹਦੇ ਮਤਲਬ ਗਰਦਨ ਵੱਢਤੀ ਤਾਂ ਬਲੀ ਤੁਹਾਨੂੰ ਮੈਂ ਕਰਤਾ ਰੱਬ ਦੇ ਨਾਮ ਦੇ ਉੱਤੇ ਜਾਂ ਕਿਸੇ ਦੇਵੀ ਦੇਵਤੇ ਦੇ ਉੱਤੇ, ਆਪਣੀ ਪੂਜਾ ਪੂਰੀ ਕਰ ਲਈ। ਇਹ ਚੀਜ਼ ਜਿਹੜੀ ਸ਼ਹਾਦਤ ਨਾਲੋਂ 100% ਡਾਇਗੋਨਲੀ ਆਪੋਜ਼ਿਟ ਆ। ਤੋ ਸ਼ਹਾਦਤ ਦੇਣੀ ਆ ਆਪ ਤੁਸੀਂ, you have to willingly go to give your life on the name of truth, ਸੱਚਾਈ, ਰੱਬ ਦੀ ਸੱਚਾਈ ਦੇ ਉੱਤੇ। ਤੇ ਜੇ ਤੁਸੀਂ ਰੱਬ ਦੀ ਸੱਚਾਈ ਦੇ ਉੱਤੇ ਸ਼ਹਾਦਤ ਦੇ ਦਿੱਤੀ ਤਾਂ ਤੁਸੀਂ ਐਕਸਪੈਕਟ ਕੀ ਕਰਦੇ ਹੋ? ਕੀ ਲੋੜ ਆ ਫਿਰ ਉਹਦਾ ਮੁੱਲ ਥੋੜ੍ਹਾ ਲੈਣਾ? ਉਹ ਆਪਣੇ ਆਪ ਦੇ ਵਿੱਚ ਹੀ ਇੰਨੀ ਫੁਲਫਿਲਿੰਗ ਆ, ਇੰਨੀ ਸੈਟਿਸਫਾਈਂਗ ਆ, ਇੰਨੀ ਮਤਲਬ ਉਹਦੇ ਵਿੱਚ ਤੁਹਾਨੂੰ ਸੰਤੁਸ਼ਟਤਾ ਮਿਲਦੀ ਹੈ, ਸੈਟਿਸਫੈਕਸ਼ਨ ਮਿਲਦੀ ਹੈ। ਹੋਰ ਮੰਗਣਾ ਵੀ ਕੀ ਹੈ ਜੀ, ਕਿਸੇ ਚੀਜ਼ ਦੀ ਹੋਰ ਲੋੜ ਵੀ ਨਹੀਂ। ਤੋ ਇਹ ਗੱਲ ਮਤਲਬ ਬੜੀ ਯੂਨੀਕ ਫੀਚਰ ਹੈ in the concept of martyrdom in Sikhism
ਮਹਾਰਾਜ ਨੇ ਆਪ ਸ਼ਹਾਦਤ ਦਿੱਤੀ ਪੰਜਵੇਂ ਪਾਤਸ਼ਾਹ ਨੇ ਜੀ ਸ਼ਹੀਦਾਂ ਦੇ ਸਰਤਾਜ ਅਸੀਂ ਉਹਨਾਂ ਨੂੰ ਮੰਨਦੇ ਹਾਂ ਨਾ ਜੀ ਤਾਂ ਉਹਨਾਂ ਨੇ ਇੱਕ ਮਤਲਬ ਫਾਊਂਡੇਸ਼ਨ ਲੇ ਕੀਤੀ ਹੈ ਕਿ ਤੁਸੀਂ ਸੱਚਾਈ ਗੁਰੂ ਦੀ ਰੱਬ ਦੀ ਸੱਚਾਈ ਦੇ ਉੱਤੇ ਸ਼ਹਾਦਤ ਦੇ ਰਹੇ ਹੋ ਬਸ that is enough that is more than enough not enough more than enough ਤੋ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਇਸੇ ਕਰਕੇ ਸਿੱਖਾਂ ਦਾ ਜਿਹੜਾ ਸਾਰਾ ਇਤਿਹਾਸ ਆ ਜੇ ਉਹਨੂੰ ਆਪਾਂ ਬਰੀਫਲੀ ਇਹ ਕਹਿ ਦਈਏ ਵੀ ਉਹ ਸ਼ਹਾਦਤਾਂ ਦਾ ਇਤਿਹਾਸ ਆ ਜੀ ਸ਼ਹਾਦਤਾਂ ਦਾ ਇਤਿਹਾਸ ਆ ਜਿਸ ਦੇ ਵਿੱਚ ਕੋਈ ਭੁੱਖ ਨਹੀਂ ਰਹਿੰਦੀ ਕੋਈ ਤੁਹਾਨੂੰ ਮਤਲਬ ਡਿਸਸੈਟੀਸਫੈਕਸ਼ਨ ਨਹੀਂ ਹੈਗਾ ਸਾਰੀ ਚੀਜ਼ ਸੈਟੀਸਫਾਈਂਗ ਹੈ ਸਾਰੀ ਚੀਜ਼ ਫੁਲਫਿਲਿੰਗ ਹੈ ਕੰਪਲੀਟ ਹੈ ਆਪਣੇ ਆਪ ਦੇ ਵਿੱਚ ਤੋ ਇਹੀ ਦੇਖੋ ਨਾ ਫਿਰ ਸਿੱਖ ਅੱਜ ਤੱਕ ਵੀ ਉਹੀ ਹੈ ਸ਼ਹਾਦਤਾਂ ਦਿੰਦੇ ਤੁਰੇ ਆ ਰਹੇ ਜੀ ਜੀ ਕੋਈ ਕਿਸੇ ਸਿੱਖ ਨੇ ਇਹ ਕਿਹਾ ਹੋਵੇ ਮੈਂ ਸ਼ਹਾਦਤ ਇਸ ਲਈ ਦੇ ਰਿਹਾ ਨਹੀਂ ਈਵਨ ਇਨ ਦੀ ਮਾਡਰਨ ਟਾਈਮ ਅੱਜ ਦੇ ਯੁੱਗ ਦੇ ਵਿੱਚ 1984 ਚ ਵੀ ਸ਼ਹਾਦਤਾਂ ਦੇ ਕਿਸੇ ਨੇ ਇਹ ਥੋੜਾ ਮੰਗਿਆ ਮੈਨੂੰ ਆ ਮਿਲ ਜਾਵੇ ਬਿਲਕੁਲ ਤੇ ਇਹ ਗੱਲ ਬਹੁਤ ਹੀ ਅਨੋਖੀ ਹੈ ਬਹੁਤ ਹੀ ਬੜੀ ਹੈ ਬਹੁਤ ਹੀ ਫੁਲਫਿਲਿੰਗ ਹੈ ਬਹੁਤ ਹੀ ਸੈਟੀਸਫਾਈਂਗ ਹੈ ਜੀ ਤੋ ਇਹ ਜਦੋਂ ਤੁਹਾਡੇ ਦਿਲ 'ਚ ਆ ਗਈ ਤਾਂ ਸਿੱਖਾਂ ਦੇ ਕੋਲ ਤਾਂ ਵਿਚਾਰਿਆਂ ਕੋਲ ਕੋਈ ਸਾਧਨ ਹੀ ਨਹੀਂ ਸੀ ਜੇ ਗੁਰੂ ਨਾਨਕ ਮਹਾਰਾਜ ਦੀ ਵੀ ਸਾਰੀ ਲਾਈਫ ਤੁਸੀਂ ਸਟੱਡੀ ਕਰੋ ਗੁਰੂ ਨਾਨਕ ਮਹਾਰਾਜ ਨੇ ਤਾਂ ਕੁਛ ਆਪਣੇ ਪਰਿਵਾਰ ਲਈ ਆਪਣੇ ਆਪ ਲਈ ਰੱਬ ਤੋਂ ਤਾਂ ਕੁਝ ਮੰਗਿਆ ਹੀ ਨਹੀਂ ਜੀ ਜੀ ਤੋ ਮਤਲਬ ਉਹਨਾਂ ਨੇ ਕਿਸ ਲਈ ਮੰਗਿਆ ਜਿਹੜੇ ਲੋਕ ਡਿਪਰਾਈਵਡ ਸੈਕਸ਼ਨ ਆਫ ਦੀ ਸੋਸਾਇਟੀ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਪ੍ਰੋਫੈਸਰ ਸਾਹਿਬ ਨੇ ਪੁੱਛਿਆ ਤੁਸੀਂ ਮੈਂ ਉਹਨਾਂ ਨੂੰ ਫਿਰ ਲਿਖ ਕੇ ਭੇਜਿਆ ਕਿਉਂਕਿ ਉੱਥੇ ਸਾਰੀ ਗੱਲ ਇੰਗਲਿਸ਼ 'ਚ ਹੋਣੀ ਸੀ ਨਾ ਮੈਂ ਉਹਨਾਂ ਨੇ ਕਿਹਾ ਸੀ ਵੀ ਮੈਨੂੰ 7-8 ਲਾਈਨਾਂ 'ਚ ਅਬਾਊਟ ਅ ਪੇਜ ਤੁਸੀਂ ਲਿਖ ਕੇ ਭੇਜੋ ਫਿਰ ਮੈਂ ਉਹਨੂੰ ਪੜ੍ਹੂੰਗਾ ਪ੍ਰੋਫੈਸਰ ਮੇਬੀ ਉਹਨਾਂ ਦਾ ਨਾਮ ਸੀਗਾ ਤੇ ਉਹ ਵਿਚਾਰੇ ਗੁਜ਼ਰ ਗਏ ਹੁਣ ਤਾਂ ਉਹ ਵੀ ਜੇ ਮੈਨੂੰ ਠੀਕ ਲੱਗੂਗਾ ਮੈਂ ਬੁਲਾਉਂਗਾ ਨਹੀਂ ਤੁਸੀਂ ਸਮਝਣਾ ਵੀ ਮੈਨੂੰ ਠੀਕ ਨਹੀਂ ਸੈਟੀਸਫੈਕਸ਼ਨ ਨਹੀਂ ਹੈ ਮੈਂ ਸੈਟੀਸਫਾਈਡ ਫਿਰ ਮੈਨੂੰ ਉਹਨਾਂ ਨੇ ਬੁਲਾਇਆ ਸੀ ਤਾਂ ਮੈਂ ਇਸੇ ਚੀਜ਼ ਦੇ ਉੱਤੇ ਆਪਣੇ ਪੇਪਰ ਲਿਖੇ ਗਏ 2 ਜੀ concept of martyrdom in Sikhism ਜੀ ਤੋ ਇਹੀ ਚੀਜ਼ ਜੋ ਮੈਂ ਤੁਹਾਨੂੰ ਦੱਸ ਰਿਹਾ ਉਹੀ ਚੀਜ਼ ਮੈਂ ਉਹ ਥੋੜੀ ਡਿਟੇਲ ਦੇ ਵਿੱਚ ਐਵੀਡੈਂਸ ਦੇ ਕੇ ਕੀਤੀ ਹੁਣ ਉਸ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਗੱਲ ਕਰੋ ਹੁਣ ਗੁਰੂ ਤੇਗ ਬਹਾਦਰ ਦਾ ਜ਼ਿਕਰ ਆ ਨਹੀਂ ਉਸ ਤੋਂ ਪਹਿਲਾਂ ਤੁਸੀਂ ਆ ਜਾਓ ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਦਾ ਉਹ ਆਪਣੇ ਪੋਤੇ ਨੂੰ ਧੀਰਮਲ ਨੂੰ ਸੁਨੇਹਾ ਭੇਜਦੇ ਆ ਵੀ ਮੈਨੂੰ ਬੀੜ ਦੇ ਦੇ ਬੀੜ ਉਹਦੇ ਕਬਜ਼ੇ ਦੇ ਵਿੱਚ ਜੀ ਜਿਹੜੇ ਕਰਤਾਰਪੁਰ ਦੇ ਸੋਢੀ ਹੈ ਤੁਹਾਨੂੰ ਪਤਾ ਹੀ ਹੈ ਬਿਲਕੁਲ ਹਾਂਜੀ ਕਰਤਾਰਪੁਰ ਜਿਹੜਾ ਜਲੰਧਰ ਕਰਤਾਰਪੁਰੀ ਬੀੜ ਦਾ ਜ਼ਿਕਰ ਹੁੰਦਾ ਕਰਤਾਰਪੁਰੀ ਬੀੜ ਦਾ ਜੀ ਉਹ origignal ਬੀੜ ਹੈ ਹਾਂਜੀ ਜਿਹੜੀ ਪੰਜਵੇਂ ਪਾਤਸ਼ਾਹ ਨੇ ਆਪਣੀ ਨਿਗਰਾਨੀ 'ਚ ਲਿਖਵਾਈ ਸੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਬੁਢਾਪੇ ਦੀ ਉਮਰ 'ਚ ਜਾਂਦੇ ਆ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਬੈਠਦੇ ਆ ਉਹ ਸੁਨੇਹੇ ਆਪਣੇ ਸਿੱਖਾਂ ਨੂੰ ਸੁਨੇਹਾ ਦੇ ਕੇ ਆਪਣੇ ਪੋਤੇ ਲਈ ਧੀਰਮਲ ਉਹਨਾਂ ਦਾ ਪੋਤਾ ਸੀ ਜੀ ਗ੍ਰੈਂਡਸਨ ਸੀ ਤਾਂ ਉਹਨੂੰ ਕਹਿੰਦੇ ਆ ਵੀ ਇਹ ਬੀੜ ਦੇ ਦੇ ਤੇ ਮੈਂ ਇਹਦਾ ਅਧਿਐਨ ਕਰਨਾ ਤੇ ਉਸ ਤੋਂ ਬਾਅਦ ਤੈਨੂੰ ਵਾਪਸ ਕਰ ਦੂੰਗਾ ਪਰ ਬਾਈ ਦੈਟ ਟਾਈਮ ਜਿਹੜੀ ਬੀੜ ਸੀ that had become a source of income ਚੜਾਵਾ ਚੜਨ ਲੱਗ ਗਿਆ ਸੀ ਉਸ ਦੇ ਉੱਤੇ ਬੀੜ ਦੇ ਉੱਤੇ ਧੀਰਮਲ ਇੱਕ ਲਾਲਚੀ ਨਾਰਮਲ ਆਦਮੀ ਸੀ ਦੁਨਿਆਵੀ ਬੰਦਾ ਸੀ ਉਹਦੀ ਕਮਿਟਮੈਂਟ ਜਿਹੜੀ ਬੀੜ ਦੇ ਨਾਲ ਉਹ ਨਹੀਂ ਸੀ ਸਪਿਰਚੁਅਲ ਕਮਿਟਮੈਂਟ ਨਹੀਂ ਸੀ ਉਹਦੀ ਸਿਰਫ ਦੁਨਿਆਵੀ ਕਮਿਟਮੈਂਟ ਸੀ ਉਹ ਕਹਿੰਦਾ ਮੈਂ ਨਹੀਂ ਦਿੰਦਾ ਤਾਂ ਉਹ ਇੱਕ ਬਹੁਤ ਇੰਪੋਰਟੈਂਟ ਟਰਨਿੰਗ ਪੁਆਇੰਟ ਹੈ ਇਨ ਦੀ ਹਿਸਟਰੀ ਆਫ ਸਿੱਖੀਜ਼ਮ ਕਿ ਗੁਰੂ ਮਤਲਬ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਹੁਕਮਨਾਮਾ ਜਾਰੀ ਕਰਦੇ ਹੈ ਜਿਸ ਦੇ ਵਿੱਚ ਧੀਰਮਲ ਤੇ ਧੀਰਮਲ ਦੀਆਂ ਆਉਣ ਵਾਲੀਆਂ ਜਿਨਸਾਂ ਅੱਜ ਤੱਕ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੰਦੇ ਦੇਖੋ ਉਹਨਾਂ ਦਾ ਆਪਣਾ ਪੋਤਾ ਔਰ ਆਪਣਾ ਪੋਤਾ ਫਿਰ ਗਾਹਾਂ ਆਪਣੀਆਂ ਜਿਨਸਾਂ ਤੋਂ ਕੀ ਉਹਦਾ ਮਤਲਬ ਹੈ ਉਹ ਕਹਿ ਰਹੇ ਆ ਵੀ ਜਿਹੜੀ ਇਹ ਬੀੜ ਹੈ ਇਹ ਵਿਰਸਾ ਹੈ ਮਾਨਵਤਾ ਦਾ ਜੀ ਯੂਨੀਵਰਸਲ ਹੈਰੀਟੇਜ ਹੈ ਇਹ ਕਿਸੇ ਇੱਕ ਪਰਿਵਾਰ ਜਾਂ ਇੰਡੀਵਿਜੂਅਲ ਦਾ ਪੋਜੈਸ਼ਨ ਨਹੀਂ ਹੈ ਉਹਦੀ ਜਾਇਦਾਦ ਨਹੀਂ ਹੈ ਉਹਦੀ ਵਿਰਾਸਤ ਨਹੀਂ ਹੈ ਇਹ ਇੱਕ ਬਹੁਤ ਬੜੀ ਮਤਲਬ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਹੀ ਵੱਡੀ ਗੱਲ ਹੈ ਇਹ ਮਤਲਬ ਗ੍ਰੰਥ ਦੇ ਵਿੱਚ ਸਿੱਖਾਂ ਨੇ ਮਤਲਬ ਮੁਸਲਮਾਨਾਂ ਦੀ ਤੋਹੀਨ ਕੀਤੀ ਬੁਲਾਓ ਤਾਂ ਜਿਹੜਾ ਔਰੰਗਜ਼ੇਬ ਹੁੰਦਾ ਉਹ ਮੈਸੇਜ ਭੇਜਦਾ ਵੀ ਤੁਸੀਂ ਆ ਕੇ ਦਰਬਾਰ ਦੇ ਵਿੱਚ ਇਸ ਗੱਲ ਦੀ ਐਕਸਪਲੇਨੇਸ਼ਨ ਦਿਓ ਤਾਂ ਮਹਾਰਾਜ
ਗੁਰੂ ਹਰਿਰਾਏ ਸਾਹਿਬ ਆਪਣੇ ਬੇਟੇ ਨੂੰ, ਬੜਾ ਬੇਟਾ ਉਹਨਾਂ ਰਾਮ ਰਾਏ ਸਭ ਉਹਨਾਂ ਦਾ ਬੜਾ ਬੇਟਾ, ਉਹ ਬੜਾ ਕਾਬਿਲ ਸੀ, ਉਹਨੂੰ ਬਹੁਤ ਪਿਆਰ ਕਰਦੇ ਸੀ ਔਰ ਉਹਦੇ 'ਚ ਪੋਟੈਂਸ਼ੀਅਲ ਸੀ ਬਾਣੀ ਉਚਰਨ ਦਾ ਵੀ। ਤਾਂ ਮਹਾਰਾਜ ਕਹਿੰਦੇ ਵੀ ਤੂੰ ਰਾਮ ਰਾਏ ਜਾ। ਉਹ ਜਾਂਦਾ ਦਰਬਾਰ ਦੇ ਵਿੱਚ, ਦੇਖਦਾ ਉੱਥੇ ਨੇਜ਼ੇ, ਘੋੜੇ, ਤਲਵਾਰਾਂ, ਤੁਹਾਨੂੰ ਪਤਾ ਔਰਾ ਜਿਸ ਤਰ੍ਹਾਂ ਹੁੰਦਾ ਦਰਬਾਰ ਦਾ, ਉਹ ਮਤਲਬ ਭੈਭੀਤ ਹੋ ਜਾਂਦਾ, ਇਤਨਾ ਭੈਭੀਤ ਹੋ ਜਾਂਦਾ ਕਿ ਉਹ ਡਰ ਜਾਂਦਾ ਕਿ ਜੇ ਮੈਂ ਕੋਈ ਗੱਲ ਇਹੋ ਜਿਹੀ ਸਹੀ ਗੱਲ ਕਰ ਦਿੱਤੀ ਤਾਂ ਮੇਰਾ ਤਾਂ ਸਿਰ ਕਲਮ ਹੋ ਜਾਏਗਾ ਇੱਥੇ, ਮੈਂ ਤਾਂ ਵਾਪਸ ਜਾ ਨਹੀਂ ਸਕਦਾ। ਤਾਂ ਉਹ ਕਹਿੰਦਾ ਜੀ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਬੇਈਮਾਨ ਦੀ ਹੈ। ਇੱਕ ਲਫ਼ਜ਼, ਵਨ ਵਰਡ, ਉਹ ਹਲੇ ਰਸਤੇ 'ਚ ਵਾਪਸੀ ਇਹ ਕਹਿ ਕੇ ਆ ਰਿਹਾ, ਮਹਾਰਾਜ ਨੂੰ ਪਹਿਲਾਂ ਸੁਨੇਹਾ ਪਹੁੰਚ ਜਾਂਦਾ ਗੁਰੂ ਹਰਿਰਾਏ ਸਾਹਿਬ ਨੂੰ, ਔਰ ਗੁਰੂ ਹਰਿਰਾਏ ਸਾਹਿਬ ਉਸ ਤੇ ਪਹੁੰਚਣ ਤੋਂ ਪਹਿਲਾਂ ਉਹਨੂੰ ਤੇ ਉਹਦੀਆਂ ਆਉਣ ਵਾਲੀਆਂ ਜਿਨਸਾਂ ਨੂੰ ਪੰਥ ਵਿੱਚੋਂ ਛੇਕ ਦਿੰਦੇ ਆ, ਇੱਕ ਲਫ਼ਜ਼ ਕਰਕੇ, ਇੱਕ ਲਫ਼ਜ਼ ਦੀ ਬਦਲੀ। ਕਿਉਂ? ਕਿਉਂਕਿ ਲਫ਼ਜ਼ ਕਿਸੇ ਇੰਡੀਵਿਜੂਅਲ ਦਾ ਨਹੀਂ ਹੈ, ਇਲਹਾਮ ਹੈ, ਇਹ ਰੱਬ ਦੀ ਬਾਣੀ ਹੈ, ਸਮਝੇ। ਉਹ ਬਹੁਤ ਵੱਡੀ ਇਵੈਂਟ ਹੈ ਜਿਸ ਦੇ ਵਿੱਚ ਗੁਰੂ ਆਪਣੇ ਪਰਿਵਾਰ ਨੂੰ, ਦੋ ਇਵੈਂਟ ਹੈ ਜੀ, ਦੋਨੇ ਵੇਲੇ ਗੁਰੂ ਹਰਗੋਬਿੰਦ ਮਹਾਰਾਜ, ਗੁਰੂ ਹਰਿਰਾਏ ਮਹਾਰਾਜ, ਦੋਨੇ ਵੇਲੇ ਆਪਣਾ ਪਰਿਵਾਰ ਮਤਲਬ ਉਸ ਨੂੰ ਕੁਰਬਾਨ ਕਰਦੇ ਜੀ ਜੀ, ਉਹਨਾਂ ਦੀ ਸ਼ਹਾਦਤ ਦਿੰਦੇ ਆ। ਕਿਸ ਗੱਲ ਦੇ ਉੱਤੇ ਸ਼ਹਾਦਤ ਦਿੰਦੇ ਆ, ਇਹ ਸਮਝਣਾ ਬਹੁਤ ਜ਼ਰੂਰੀ, ਪਿਓਰਿਟੀ ਆਫ ਸਿੱਖ ਰਿਲੀਜਨ। ਸਰ ਆਪਾਂ ਕਿਉਂਕਿ ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀਗਾ ਕਿ ਇਹ ਹਫਤਾ ਜਿਹੜਾ ਹੈਗਾ, ਹਾਂਜੀ ਮੈਂ ਉਹੀ ਦੱਸ, ਇਹਦੀ ਰੈਲੇਵੈਂਸ ਹੁਣ ਤੁਸੀਂ ਕਿਸ ਤਰੀਕੇ ਨਾਲ, ਇਹਦੀ ਰੈਲੇਵੈਂਸ ਸ਼ਹਾਦਤਾਂ ਦੇ ਉੱਤੇ ਹੈ। ਮਹਾਰਾਜ ਦੇ ਸਾਰਾ ਪਰਿਵਾਰ, ਮਤਲਬ ਮੈਂ ਹੁਣ ਕੀ ਦੱਸਾਂ ਤੁਹਾਨੂੰ, ਮੇਰਾ ਤਾਂ ਰੋਣ ਨਿਕਲ ਜਾਂਦਾ ਜਦੋਂ ਮੈਂ ਇਹੋ ਗੱਲਾਂ ਸੋਚਦਾ ਜਾਂ ਬੋਲਦਾ। ਉਹਨੂੰ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ ਲਫ਼ਜ਼ਾਂ 'ਚ ਜੀ, ਲਫ਼ਜ਼ਾਂ ਦੇ ਫਰੇਮਵਰਕ 'ਚੋਂ ਗੱਲ ਆ ਨਹੀਂ ਸਕਦੀ, ਇਮੋਸ਼ਨਸ ਥੋੜ੍ਹੀ ਬਹੁਤੀ ਗੱਲ ਆ ਸਕਦੀ ਹੈ ਜੀ। ਤਾਂ ਸਿੱਖਾਂ ਦੀ ਇੱਕ ਐਡੀ ਬੜੀ ਯੂਨੀਕ ਮਤਲਬ ਹਿਸਟਰੀ ਹੈ, ਜਿਹੜੀ ਹਿਸਟਰੀ ਦੁਨੀਆ ਦੇ ਮੈਨਕਾਇੰਡ 'ਚ ਕਿਤੇ ਹੋਈ ਨਹੀਂ ਜੀ। ਮੈਂ ਹੁਣ ਪਿੱਛੇ ਜੇ ਸਟੱਡੀ ਕਰ ਰਿਹਾ ਸੀ, ਇੱਕ ਗੁਰੂ ਹੋਏ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿੰਨੇ ਸੰਤ ਮਹਾਤਮਾ ਹੋਏ, ਜਿਸ ਕਬੀਰ ਸਾਹਿਬ ਕਹਿ ਲਓ, ਫਰੀਦ ਸਾਹਿਬ, ਰਾਮਾਨੰਦ ਕਹਿ ਲਓ, ਕਿੰਨੇ ਹੀ ਤੁਸੀਂ ਲਾ ਲਓ ਜੀ, ਕਿਸੇ ਇੱਕ ਸੰਤ ਮਹਾਤਮਾ ਨੇ ਕੋਈ ਪੋਲੀਟੀਕਲ ਗੱਲ ਨਹੀਂ ਕਹੀ, ਕਿਸੇ ਇੱਕ ਨੇ। ਪਹਿਲਾ ਇੱਕ ਮਤਲਬ ਗੁਰੂ ਹੈ, ਪਹਿਲਾ ਇੱਕ ਸੰਤ ਹੈ, ਪਹਿਲਾ ਇੱਕ ਸਪਿਰਿਚੁਅਲ ਮੈਨ ਹੈ ਜਿਹੜਾ ਪੋਲੀਟੀਕਲ ਗੱਲ ਕਰ ਰਿਹਾ, ਬਾਬਰ ਨੂੰ ਚੈਲੰਜ ਕਰ ਰਿਹਾ ਜੀ। ਔਰ ਕੌਣ ਆ ਉਹ? ਨਿਹੱਥਾ। ਉਹਦੇ ਕੋਲ ਤਾਂ ਇੱਕ ਮੇਰਾ ਖਿਆਲ ਤਲਵਾਰ ਵੀ ਨਹੀਂ ਉਸ ਵੇਲੇ, ਔਰ ਉਹ ਮਤਲਬ ਇਤਨੇ ਸਟਰੋਂਗ ਵਰਡਸ ਦੇ ਵਿੱਚ ਉਸ ਨੂੰ ਚੈਲੰਜ ਕਰ ਰਿਹਾ, ਔਰ ਉਹ ਸੁੱਤੀ ਹੋਈ ਜਿਹੜੀ ਇਸ ਮੁਲਕ ਦੀ ਸਾਰੀ ਜਿਹੜੀ ਮਾਨਵਤਾ ਸੀ, ਡਰੀ ਹੋਈ, ਭੈਭੀਤ ਹੋਈ ਵੀ ਜਿਹੜੀ ਇਸ ਮੁਲਕ ਦੀ ਮਾਨਵਤਾ ਸੀ, ਇਹ ਸਬ ਕੰਟੀਨੈਂਟ ਦੀ, ਉਸ ਦੇ ਵਿੱਚ ਇੱਕ ਆਦਮੀ, ਸਿੰਗਲ ਮੈਨ, ਸਿੰਗਲ ਹੈਂਡਡ, ਵਿਦਾਊਟ ਐਨੀ ਰਿਸੋਰਸਿਸ, ਵਿਦਾਊਟ ਐਨੀ ਵੈਪਨ, ਉਹ ਗੱਲ ਕੀ ਕਹਿ ਰਿਹਾ। ਇਹ ਗੱਲ ਮਤਲਬ ਬਹੁਤ ਵੱਡੀ ਤੇ ਬਹੁਤ ਯੂਨੀਕ ਗੱਲ ਹੈ। ਔਰ ਅਗਰ ਗੁਰੂ ਨਾਨਕ ਮਹਾਰਾਜ ਨਾ ਹੁੰਦੇ, ਮੈਂ ਦਾਅਵੇ ਨਾਲ ਇਹ ਗੱਲ ਕਹਿਣਾ, ਹਮੇਸ਼ਾ ਲਈ ਇੱਥੇ ਮਤਲਬ ਇਸਲਾਮਿਕ ਸਿਸਟਮ ਹੀ ਪ੍ਰੀਵੇਲ ਕਰਨਾ ਸੀ। ਹੁਣ ਤਾਂ ਸਿਚੁਏਸ਼ਨ ਇਹ ਹੈ ਵੀ ਜਿਨ੍ਹਾਂ ਦੇ ਹੱਥ ਵਿੱਚ ਰਾਜ ਆ, ਉਹਨਾਂ ਦੇ ਹੱਥ ਵਿੱਚ ਗਿਆਨ ਵੀ ਆ ਗਿਆ, ਉਹਨਾਂ ਦੇ ਹੱਥ ਵਿੱਚ ਆਪਣੀ ਦਲੀਲ ਵੀ ਆ ਗਈ, ਉਹਨਾਂ ਦੇ ਹੱਥ ਵਿੱਚ ਸਾਰੇ ਸਾਧਨ ਵੀ ਆ ਗਏ। ਤੋ ਜੇ ਉਹ ਗੁਰੂ ਨਾਨਕ ਮਹਾਰਾਜ ਨੂੰ, ਸਿੱਖਾਂ ਦੇ ਇਤਿਹਾਸ ਨੂੰ, ਸ਼ਹਾਦਤਾਂ ਦੀ ਕਨਸੈਪਟ ਨੂੰ ਜੇ ਤੁਸੀਂ ਸਟੱਡੀ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਇੱਕ ਐਸੀ ਮਤਲਬ ਕੌਮ ਪੈਦਾ ਕਰ ਦੇਣੀ ਵਿਦਾਊਟ ਰਿਸੋਰਸਿਸ, ਵਿਦਾਊਟ ਵੈਪਨਸ ਜੀ, ਜਿਹੜੀਆਂ ਕੌਮਾਂ ਪੈਦਾ ਹੋਈਆਂ ਤਲਵਾਰਾਂ ਦੇ ਤੇ ਬੰਦੂਕਾਂ ਦੇ ਤੇ ਜ਼ੋਰਾ ਜ਼ਰਬੀ ਦੇ ਨਾਲ ਹੀ ਪੈਦਾ ਹੋਈਆਂ ਨਾ, ਪਰ ਗੁਰੂ ਨੇ ਤਾਂ ਕੌਮ ਪੈਦਾ ਕੀਤੀ ਹੈ ਵਿਦਾਊਟ ਐਨੀ ਦਿਸ ਕਾਈਂਡ ਆਫ ਰਿਪਰੈਸ਼ਨ ਜੀ। ਤੋ ਇਸ ਕਰਕੇ ਅੱਜ ਦੁਨੀਆ ਨੂੰ ਇਹ ਦੱਸਣ ਵਾਲੀ ਸਾਡੀ ਟ੍ਰੈਜਡੀ ਹੈ, ਸਿੱਖਾਂ ਦੀ ਇੱਕ ਟ੍ਰੈਜਡੀ ਜੀ, ਕਿ ਅਸੀਂ ਇੱਕ ਜਨਮ ਤੋਂ ਸਿੱਖ ਹਾਂ, ਅਸੀਂ ਮਤਲਬ ਆਪਣੀ ਸਾਧਨਾ ਨਹੀਂ, ਉਸ ਦੇ ਲਈ ਸਾਡੀ ਕੋਈ ਕਮਿਟਮੈਂਟ ਨਹੀਂ ਹੈ। ਜੇ ਸਾਡੀ ਕਮਿਟਮੈਂਟ ਹੋਵੇ, ਸਾਨੂੰ ਇਸ ਗੱਲ ਦੀ ਸਮਝ ਹੋਵੇ, ਸਾਨੂੰ ਇਸ ਗੱਲ ਦਾ ਗਿਆਨ ਹੋਵੇ, ਅਹਿਸਾਸ ਹੋਵੇ ਸਾਨੂੰ ਇਸ ਗੱਲ ਦਾ
ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਵੀ ਸਾਡਾ ਹੈਰੀਟੇਜ ਆ, ਜੀ, ਸਾਡੀ ਵਿਰਾਸਤ ਇਹ ਹੈ। ਲੇਕਿਨ ਬਦਕਿਸਮਤੀ ਦੇ ਨਾਲ ਸਾਡੇ ਬਹੁਤ ਵੱਡੇ ਵੱਡੇ ਵਿਦਵਾਨਾਂ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋਈਆਂ ਜਿਹੜੀਆਂ ਲੈਂਡਮਾਰਕ ਬਣ ਗਈਆਂ ਜੀ। ਹੁਣ ਮੈਂ ਤੁਹਾਨੂੰ ਇਸੇ ਤਰੀਕੇ ਨਾਲ ਇੱਕ ਗੱਲ ਕਹਿਣ ਲੱਗਿਆ, ਭਾਈ ਕਾਹਨ ਸਿੰਘ ਜਿਹਨੂੰ ਅਸੀਂ ਸਮਝਦੇ ਹਾਂ ਵੀ ਮਤਲਬ ਸਾਡਾ ਸਭ ਤੋਂ ਵੱਡਾ ਵਿਦਵਾਨ ਸੀ ਜੀ, ਰਾਈਟ, ਉਹਨਾਂ ਨੇ ਕੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਚਰ ਦੇ ਫਰੇਮ 'ਚ ਪੁੱਟ ਕਰਤਾ। ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ। ਉਹ ਕਿਉਂ ਕੀਤਾ? ਮੈਕੌਲਿਫ ਦੇ ਇਨਫਲੂਐਂਸ ਦੇ ਅੰਡਰ ਆ ਗਏ। ਉਹ ਗੋਰਾ ਸੀ, ICS ਆਫੀਸਰ ਸੀ, ਔਰ ਉਹਨੇ ਟਰਾਂਸਲੇਸ਼ਨ ਜੋ ਕੀਤੀ, ਤੁਸੀਂ ਗੁਰੂ ਨੂੰ, ਗੁਰੂ ਜਿਉਂਦਾ ਜਾਗਦੀ ਜਿਹੜੀ ਰੂਹ ਆ ਉਹਨੂੰ ਤੁਸੀਂ ਟਰਾਂਸਲੇਟ ਕਿਵੇਂ ਕਰ ਲਓਗੇ ਮੈਨੂੰ ਦੱਸੋ। ਮੈਨੂੰ ਬੜਾ ਦੁੱਖ ਹੁੰਦਾ। ਟੀਕਾ ਲਿਖਤਾ ਜੀ ਫਲਾਣੇ ਨੇ, ਫਲਾਣੇ ਟੀਕਾ ਲਿਖਤਾ, ਫਲਾਣੀ ਯੂਨੀਵਰਸਿਟੀ ਨੇ ਟੀਕਾ, ਔਰ ਇਹ ਟੀਕਾ ਲਿਵਿੰਗ ਗੁਰੂ ਦਾ ਕਰ ਦੋਗੇ ਤੁਸੀਂ? ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ, ਔਰ ਗੁਰੂ ਨੂੰ ਤੁਸੀਂ ਪਰਮੇਸ਼ਰ ਮੰਨ ਰਹੇ ਹੋ, ਉਹਦੇ ਟੀਕੇ ਕਰ ਦੋਗੇ? ਸਰ ਵੈਸੇ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਿ ਜਿਸ ਤਰੀਕੇ ਨਾਲ ਆਪਾਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਰਿਹਾ ਸੀਗਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹਨਾਂ ਦਾ ਭਵਿੱਖ ਵੀ ਫਿਰ ਖਤਰੇ 'ਚ ਹੁੰਦਾ। ਉਹ ਭਵਿੱਖ ਤਾਂ ਖਤਰੇ 'ਚ ਹੋ ਹੀ ਗਿਆ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਉਂਦੇ ਜਾਗਦੇ ਸਾਖਸ਼ਾਤ ਗੁਰੂ ਲਿਵਿੰਗ ਕਾਰਪੋਰੇਟ ਗੁਰੂ ਨੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਬੰਨ ਕੇ ਰੱਖ ਦਿੱਤਾ, ਤੁਸੀਂ ਕਿਹਾ ਜੀ ਇਹ ਵੀ ਸਾਡੀ ਸਕ੍ਰਿਪਚਰ, ਉਹ ਸਕ੍ਰਿਪਚਰ ਤੁਹਾਡੀ ਜਿਹੜਾ ਪ੍ਰੋਫਿਟ ਆ ਉਹਦੇ ਅਧੀਨ ਆ। ਇੱਥੇ ਪ੍ਰੋਫਿਟ ਆ ਜਿਹੜਾ ਉਹ ਸਕ੍ਰਿਪਚਰ ਦੇ ਅਧੀਨ ਆ, ਗ੍ਰੰਥ ਦੇ ਅਧੀਨ ਹੈ। ਸਕ੍ਰਿਪਚਰ ਮੈਂ ਗਲਤੀ ਨਾ ਕਹਿ ਗਿਆ, ਪਰ ਉਹ ਗਲਤੀ ਬਹੁਤ ਵੱਡੀ ਬੁਨਿਆਦੀ ਫੰਡਾਮੈਂਟਲ। ਹੁਣ ਇਹ ਗੱਲ ਮੈਂ ਕਈ ਵਾਰੀ ਲੈਕਚਰਾਂ 'ਚ ਕਹਿਣਾ ਜੀ, ਕਨਵਿੰਸ ਹੋ ਜਾਂਦੇ ਆ ਲੋਕ, ਪਰ ਫਿਰ ਵੀ ਉਹ ਉਸੇ ਤਰੀਕੇ ਨਾਲ ਜੀ ਸਾਡੀ ਸਕ੍ਰਿਪਚਰ ਹੈ। ਸਕ੍ਰਿਪਚਰ ਤਾਂ ਬਹੁਤ ਸੈਕੰਡਰੀ, ਸਕ੍ਰਿਪਚਰ ਰਸਤਾ ਦੱਸਦੀ ਰੱਬ ਦੇ ਘਰ ਪਹੁੰਚਣ ਦਾ। ਇਸ ਜਿਹੜਾ ਹੈ ਸਾਖਸ਼ਾਤ ਗੁਰੂ ਲਿਵਿੰਗ ਕਾਰਪੋਰੇਟ ਗੁਰੂ ਹੈ। ਇੱਥੇ ਤਾਂ ਤੁਸੀਂ ਪਹੁੰਚਣਾ, ਇੱਥੇ ਰਸਤਾ ਥੋੜਾ ਪੁੱਛਣਾ। ਵੈਸੇ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੀਆਂ ਜਿਹੜੀਆਂ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਜਦੋਂ ਅਸੀਂ ਆਪਣੇ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ, ਉਹ ਵੀ ਨਹੀਂ ਸੰਭਾਲੀਆਂ ਜਾ ਰਹੀਆਂ। ਨਹੀਂ ਸੰਭਾਲੀਆਂ ਜਾ ਰਹੀਆਂ। ਮੈਂ ਤੁਹਾਨੂੰ ਹੁਣ ਦੇਖੋ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਡਾਇਲੌਗ ਕਰਦੇ ਹਾਂ। ਜਿਹੜਾ ਜਿਉਂਦਾ ਜਾਗਦਾ, ਤੁਸੀਂ ਜਿਉਂਦੇ ਜਾਗ, ਮੈਂ ਤੁਹਾਡੇ ਨਾਲ ਡਾਇਲੌਗ ਕਰ ਰਿਹਾ, ਤੁਸੀਂ ਮੇਰੇ ਨਾਲ ਡਾਇਲੌਗ ਕਰ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ? ਸ਼ਬਦ ਲਿਖਿਆ, ਪੋਥੀ ਪਰਮੇਸ਼ਰ ਕਾ ਥਾਨ। ਸਿੰਪਲ ਜੀ ਗੱਲ ਹੈ ਜੀ, ਵੀ ਰੱਬ ਦੀ ਜਗ੍ਹਾ। ਤੇ ਰੱਬ ਦੀ ਜਗ੍ਹਾ ਕੋਈ ਮਤਲਬ ਸਕ੍ਰਿਪਚਰ ਹੋ ਸਕਦੀ ਹੈ? ਸਕ੍ਰਿਪਚਰ ਤਾਂ ਤੁਹਾਨੂੰ ਰਸਤਾ ਦੱਸਦੀ ਹੈ ਜੀ। ਰਿਚੁਅਲਸ ਕਰ ਲਓ ਜੀ, ਇੱਧਰ ਨੂੰ ਚਲੇ ਜਾਓ ਜੀ, ਉੱਧਰ ਨੂੰ ਚਲੇ ਜਾਓ ਜੀ, ਮੋਮਬੱਤੀਆਂ ਜਗਾ ਲਓ ਜੀ, ਜਾਂ ਧੂਫ ਜਗਾ ਲਓ ਜੀ, ਆਰਤੀ ਕਰ ਲਓ ਜੀ। ਇਹ ਸਮਝ। ਹੁਣੇ ਮੈਂ ਤੁਹਾਨੂੰ ਦੱਸਦਾ, ਕੁਛ ਦੇਰ ਪਹਿਲਾਂ, ਕੁਛ ਦਿਨਾਂ ਦੀ ਗੱਲ ਹੈ, ਉਹਦੀ ਸਟੇਟਮੈਂਟ ਆਈ ਕਿ ਗਰੇਵਾਲ ਦੀ। ਗਰੇਵਾਲ ਕੀ ਹੈ ਉੱਥੇ, ਸ਼੍ਰੋਮਣੀ ਕਮੇਟੀ ਦਾ ਕੀ ਹੈ ਉਹ ਬੜਾ ਉਹ ਪ੍ਰਮੁੱਖ ਸਕੱਤਰ ਹੈਗਾ ਜੀ, ਜਨਰਲ ਸਕੱਤਰ ਹੈ। ਉਹਨੇ ਕਿਹਾ ਵੀ ਇਹ ਪਲੇਸ ਆਫ ਵਰਸ਼ਿਪ ਆ ਦਰਬਾਰ ਸਾਹਿਬ। ਮੈਨੂੰ ਭੋਗਲ ਸਾਹਿਬ ਕਈ ਦਿਨ ਤਕਲੀਫ ਰਹੀ। ਉਹ ਮੈਂ ਕਿਹਾ ਬੇਵਕੂਫੋ, ਸਿੱਖਾਂ ਦੇ ਜਿਹੜੇ ਗੁਰੂ ਦੇ ਦਰਬਾਰ ਆ ਉਹ ਪਲੇਸ ਆਫ ਵਰਸ਼ਿਪ ਨਹੀਂ, ਉਹ ਅਰਦਾਸ ਕਰਨ ਦੀ ਜਗ੍ਹਾ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼। 24 ਘੰਟੇ ਤੁਸੀਂ ਅਰਦਾਸ ਕਰਦੇ ਹੋ, ਤੇ ਉੱਥੇ ਪਲੇਸ ਆਫ ਵਰਸ਼ਿਪ ਤਾਂ ਹੁੰਦੀ ਆ ਵੀ ਧੂਫ ਜਗਾ ਲਈ, ਟੱਲੀਆਂ ਵਜਾ ਲਈਆਂ, ਪੂਜਾ ਕਰਨੀ। ਤੇ ਪਲੇਸ ਆਫ ਵਰਸ਼ਿਪ, ਮੈਨੂੰ ਇੰਨਾ ਦੁੱਖ ਹੋਇਆ। ਮੈਂ ਕਹਿ ਕੀ ਰਿਹਾ, ਬੈਠਾ ਕਿੱਥੇ ਹੈ ਜੀ, ਕਿਸ ਪੋਜੀਸ਼ਨ ਤੇ ਬੈਠਾ? ਬਹੁਤ ਦੁੱਖ ਤਕਲੀਫ ਹੋਈ। ਫਿਰ ਮੈਂ ਇੱਥੇ ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਮੈਂਬਰ ਆ, ਉਹ ਵੀ ਮੈਂਬਰ ਆ, ਉਹ ਆਇਆ ਨਹੀਂ। ਉੱਥੇ ਮੀਟਿੰਗ ਹੋਈ ਸੀ, ਕਿਤੇ ਉਹਨੂੰ ਬਿਜ਼ੀ ਹੋਣਾ, ਇਜ਼ ਬਿਜ਼ੀ ਮੈਨ। ਤਾਂ ਮੈਂ ਉਹਨੂੰ ਦੱਸਣਾ ਚਾਹੁੰਦਾ ਸੀ, ਰੱਬ ਦਾ ਵਾਸਤਾ ਇਹ ਕੰਮ ਨਾ ਕਰ, ਇਹ ਪਲੇਸ ਆਫ ਵਰਸ਼ਿਪ ਨਹੀਂ ਹੈਗੀ, ਇਹ ਅਰਦਾਸ ਕਰਨ ਜਾਂਦੇ ਅਸੀਂ। ਪਲੇਸ ਆਫ, ਕੌਣ ਜਾਂਦਾ ਉੱਥੇ ਪੂਜਾ ਕਰ? ਕਾਹਦੀ ਪੂਜਾ ਕਰਦੇ ਅਸੀਂ ਕਾਹਦੀ ਪੂਜਾ? ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਸਮੱਤ ਦੇ, ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ। ਵੈਸੇ ਮੰਨਦੇ ਹੋ ਕਿ ਜਿਹੜੀਆਂ ਸਿਰਮੌਰ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਆਗੂ ਇਦਾਂ ਦੇ ਬੈਠੇ ਜਿਹਨਾਂ ਨੂੰ, ਮੈਂ ਹੁਣ ਤੁਹਾਨੂੰ ਕੀ ਦੱਸਾਂ, ਮੈਂ ਤੁਹਾਨੂੰ ਕੀ ਦੱਸਾਂ, ਇਹੋ ਜਿਹੇ ਬੰਦੇ, ਔਰ ਇੱਕ ਸਟੇਟਮੈਂਟ ਉਸ ਬੰਦੇ ਦੀ ਦਿੱਤੀ ਮੈਟਰ ਕਰਦੀ ਹੈ ਜੀ, ਕਿਉਂਕਿ ਬੜੀ ਇੰਪੋਰਟੈਂਟ ਸੀਟ ਤੇ ਪਤਾ ਨਹੀਂ ਕੀ ਆ ਉਹ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵਾਟਐਵਰ, ਉਹ ਬੈਠਾ ਉੱਥੇ, ਉਹ ਮਤਲਬ ਇਹ ਸਟੇਟਮੈਂਟ ਦੇ ਰਿਹਾ ਵੀ ਇਟਸ ਅ ਪਲੇਸ ਆਫ ਵਰਸ਼ਿਪ। ਔਰ ਮੈਨੂੰ ਇੰਨਾ ਦੁੱਖ ਹੋਇਆ, ਮੈਂ ਕਈ ਰਾਤਾਂ ਮੈਨੂੰ ਨੀਂਦ ਨਹੀਂ ਆਈ ਵੀ ਕਿੱਡੇ ਮੂਰਖ ਬੰਦੇ ਬੈਠੇ, ਕਿਉਂਕਿ ਕੋਈ ਗੱਲ ਪੜ੍ਹਦੇ ਨਹੀਂ, ਕੋਈ ਗੱਲ ਸੁਣਦੇ ਨਹੀਂ।
ਜਾਂ ਤਾਂ ਤੁਸੀਂ ਸੁਣੋ, ਕਿਸੇ ਤੋਂ ਸਮਝ ਲਓ, ਜੀ। ਵਿਚਾਰ ਲਓ। ਉਹ ਭੁੱਲਿਆ ਲੋਕਾਂ ਜਿਹੜੀ ਪਲੇਸ ਆਫ ਵਰਸ਼ਿਪ, ਮੰਦਿਰ ਪਲੇਸ ਆਫ ਵਰਸ਼ਿਪ ਹੈ। ਹਾਂਜੀ, तो इसे तरीके चर्च प्लेस ऑफ वर्शिप हैगा, तो इसे तरीके मस्जिद प्लेस ऑफ वर्शिप है। तो जूडास ਦਾ ਉਹਨਾਂ ਦੇ ਆਪਣੇ ਪਲੇਸਿਸ ਆਫ ਵਰਸ਼ਿਪ ਹੈਗੇ, ਕਿਉਂਕਿ ਉਹਨਾਂ ਦਾ ਪ੍ਰੋਫਿਟ ਹੋਰ ਹੈ। ਜਿਹੜੀ ਉਹਨਾਂ ਦੀ ਧਾਰਮਿਕ ਗ੍ਰੰਥ ਆ ਉਸ ਅਧੀਨ ਆ ਪ੍ਰੋਫਿਟ ਦੇ। ਇੱਥੇ ਜਿਹੜਾ ਗੁਰੂ ਹੈ ਉਹ ਅਧੀਨ ਆ ਗੁਰੂ ਗ੍ਰੰਥ ਸਾਹਿਬ ਦੇ। ਬਿਲਕੁਲ। पोथी परमेश्वर का थान। और फिर की महाराज करके भी दिखा रहे हैं। ਪੰਜਵੇਂ ਪਾਤਸ਼ਾਹ ਕੀ ਕਰ ਰਹੇ ਆ, ਉਹ ਜਦੋਂ ਆਉਂਦੇ ਆ ਪਹਿਲਾਂ ਕੀ ਹੁੰਦਾ, ਜਿਹੜੇ ਸਿੱਖ ਆ ਨੀਚੇ ਬੈਠਦੇ ਆ ਜੀ, ਐਕਸਕਿਊਜ਼ ਨੀਚੇ ਬੈਠਦੇ ਆ। ਮਹਾਰਾਜ ਮੰਜੀ ਤੇ ਬਿਰਾਜਮਾਨ ਹੈਗੇ, ਉਹਨਾਂ ਨੂੰ ਜੋ ਵੀ ਦੇ ਰਹੇ ਆ ਸੰਦੇਸ਼। ਜਿਸ ਦਿਨ ਪੋਥੀ ਆ ਗਈ ਉਸ ਦਿਨ ਪੋਥੀ ਸਾਹਿਬ ਮੰਜੀ ਤੇ ਬਿਰਾਜਮਾਨ ਔਰ ਗੁਰੂ ਫਰਸ਼ ਤੇ ਆਮ ਸਿੱਖਾਂ ਵਾਂਗੂ ਬੈਠਾ ਕਰਕੇ ਦਿਖਾਇਆ। ਬਸ ਅਸੀਂ ਇੰਨੇ ਅਕਲ ਦੇ ਅੰਨੇ ਆ, ਅਕਲ ਦੇ ਅੰਨੇ ਆ, ਨਿਗਾਹ ਦੇ ਅੰਨੇ ਨਹੀਂ, ਅਕਲ ਦੇ ਅੰਨੇ ਆ ਕਿ ਅਸੀਂ ਸਮਝ ਨਹੀਂ ਰਹੇ ਕੀ ਕਹਿ ਹੈ ਗੁਰੂ, ਔਰ ਕਰਕੇ ਦਿਖਾ ਰਿਹਾ, ਸਾਖਸ਼ਾਤ ਕਰਕੇ ਦਿਖਾ ਰਿਹਾ। ਤਾਂ ਹਲੇ ਵੀ ਅਸੀਂ ਮਤਲਬ ਲੱਭਦੇ ਫਿਰਦੇ ਆ ਵੀ ਰੱਬ ਕਿੱਥੇ ਹੈ। ਵੈਸੇ ਜਿਹੜੀ ਢਿੱਲੋਂ ਸਾਹਿਬ ਨਵੀਂ ਪੀੜ੍ਹੀ ਜਿਹੜੀ ਹੈਗੀ, ਤੁਹਾਡੇ ਹਿਸਾਬ ਨਾਲ ਕੀ ਤਰੀਕਾ ਕੀ ਹੈਗਾ ਕਿ ਉਹਨਾਂ ਨੂੰ? ਤਰੀਕਾ ਕੋਈ ਹੋਰ ਨਹੀਂ, ਤਰੀਕਾ ਇਹੀ ਆ ਵੀ ਤੁਸੀਂ ਗੁਰੂ ਨਾਲ ਕਮਿਟ ਹੋ ਜਾਓ, ਗੁਰੂ ਨਾਲ ਡਾਇਲੌਗ ਕਰੋ, ਗੁਰੂ ਤੋਂ ਸਮਝਣ ਦੀ ਕੋਸ਼ਿਸ਼ ਕਰੋ। ਕੋਈ ਤੁਹਾਡਾ ਗੁਰੂ ਨਹੀਂ, ਕੋਈ ਤੁਹਾਡਾ ਟੀਚਰ ਨਹੀਂ। ਐਵੇਂ ਮਤਲਬ ਬਣਾਇਆ ਫਲਾਨਾ ਜੀ, ਤਿਮਕਾ ਜੀ, ਕਾਹਨ ਸਿੰਘ ਆ ਜੀ, ਫਲਾਨਾ ਸਿੰਘ ਆ, ਕੋਈ ਚੀਜ਼ ਗੁਰੂ ਤੱਕ ਕਾਹਨ ਸਿੰਘ ਪਹੁੰਚ ਸਕਦਾ ਸੀ। ਉਹ ਗੁਰੂ ਦਾ ਟੀਕਾ ਕਰ ਸਕਦੇ ਹੋ ਤੁਸੀਂ ਜੀ। ਮਤਲਬ ਕਿਸੇ ਲਿਵਿੰਗ ਕਾਰਪੋਰੇਟ ਜਿਹੜਾ ਇੰਸਟੀਟਿਊਸ਼ਨ ਉਹਨੂੰ ਤੁਸੀਂ ਟ੍ਰਾਂਸਲੇਟ ਲਫ਼ਜ਼ਾਂ 'ਚ ਕਰ ਦੋਗੇ? ਕਿਵੇਂ ਕਰ ਦੋਗੇ ਤੁਸੀਂ? ਉਹ ਇੱਕ ਐਕਸਪੀਰੀਅੰਸ ਹੈ ਰੱਬ ਦਾ। ਔਰ ਉਹ ਮਹਾਰਾਜ ਬਾਣੀ ਦੇ ਵਿੱਚ ਕਹਿ ਰਿਹਾ, ਇਲਹਾਮ ਹੋ ਰਿਹਾ, ਮੈਨੂੰ ਉੱਤੋਂ ਗਿਰ ਰਹੀ ਬਾਣੀ, ਸਮਝੇ ਕਿ ਨਹੀਂ? ਉਹ ਬਾਣੀ ਨੂੰ ਤੁਸੀਂ ਔੜਾ ਇਸੇ ਤਰੀਕੇ ਨਾਲ। ਮੈਂ ਹੁਣ ਤੁਹਾਨੂੰ ਕੀ ਦੱਸਾਂ, ਇੱਕ ਦਿਨ ਮੈਨੂੰ ਫੋਨ ਆਇਆ, ਇਕਬਾਲ ਸਿੰਘ ਆ ਜਿਹੜਾ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਜੀ, ਉਹਦਾ ਫੋਨ ਆ, ਉਹ ਕਰ ਰਿਹਾ ਨਾ ਜਿਹੜਾ ਉੱਥੇ ਆਪਣੇ ਬਣਾਇਆ ਉਹਨੇ, ਉੱਥੇ ਬਣਾ ਰਿਹਾ ਰੋਪਵੇ ਉੱਥੇ। ਅਨੰਦਪੁਰ ਸਾਹਿਬ? ਨਹੀਂ ਅਨੰਦਪੁਰ ਸਾਹਿਬ ਨਹੀਂ ਜੀ, ਉਹ ਦੂਜਾ ਜਿਹੜਾ ਉੱਥੇ ਦਸਮ ਗ੍ਰੰਥ ਤੇ ਆਧਾਰਿਤ ਗੁਰਦੁਆਰਾ ਬਣਾਇਆ ਹੋਇਆ। ਅੱਛਾ ਜੀ। ਉਹ ਕੀ ਉਹਦਾ ਨਾਮ ਆ? ਹੇਮਕੁੰਡ ਸਾਹਿਬ। ਹੇਮਕੁੰਡ। ਹੁਣ ਤੁਸੀਂ ਵੀ ਸਾਹਿਬ ਕਿਹਾ, ਸਾਹਿਬ ਕਿਵੇਂ ਹੋ ਗਿਆ ਜੀ? ਉਹ ਸਾਹਿਬ ਕਿਵੇਂ ਹੋ ਗਿਆ ਤੁਸੀਂ ਦੱਸੋ? ਤੁਸੀਂ ਕਿੰਨੇ ਵਧੀਆ ਉਹ ਨਹੀਂ ਸ਼ਬਦ ਵਰਤੇ ਜਾਂਦੇ, ਸ਼ਬਦ ਉਹਨਾਂ ਨੇ ਤੁਹਾਡੇ ਥੋਪਤਾ, ਕਿਉਂਕਿ ਤੁਹਾਨੂੰ ਦਰਬਾਰ ਸਾਹਿਬ ਨਾਲੋਂ ਤੋੜਨਾ, ਦਰਬਾਰ ਸਾਹਿਬ ਨਾਲੋਂ ਤੋੜਨਾ ਜੀ। ਅਗਲੇ ਨੇ ਹੇਮਕੁੰਡ ਖੜਾ ਕਰਤਾ। ਹੇਮਕੁੰਡ ਦੇ ਲਈ 1200 ਕਰੋੜ ਰੁਪਏ ਦਿੱਤਾ ਮੋਦੀ ਸਾਹਿਬ ਨੇ। ਇੱਥੇ ਹੀ ਕਾਨਾ ਨਹੀਂ ਦਿੱਤਾ ਦਰਬਾਰ ਸਾਹਿਬ ਲਈ, ਆਲਾ ਦੁਆਲਾ ਗੰਦਾ, ਰਸਤਾ ਸਾਫ਼ ਨਹੀਂ, ਉਹਦੇ ਲਈ ਇੱਕ ਆਨਾ ਨਹੀਂ ਦਿੱਤਾ, ਇੱਕ ਪੈਸਾ ਨਹੀਂ ਦਿੱਤਾ ਜੀ। ਉਹਦੇ ਲਈ 1200 ਕਰੋੜ ਕਿਉਂ ਦਿੱਤਾ ਜੀ? ਕਿਉਂ ਦਿੱਤਾ? ਕਿਉਂਕਿ ਤੁਹਾਨੂੰ ਦਰਬਾਰ ਸਾਹਿਬ ਨਾਲੋਂ ਤੋੜਨਾ। ਕੋਈ ਵੀ ਹੀਲਾ ਵਰਤ ਲੈਣ, ਕਿੰਨਾ ਵੀ ਪੈਸਾ ਲਾ ਲੈਣ, ਤੁਹਾਨੂੰ ਦਰਬਾਰ ਸਾਹਿਬ ਨਾਲੋਂ ਤੋੜਨਾ, ਤੇ ਦਰਬਾਰ ਸਾਹਿਬ ਨਾਲ ਤੋੜ ਕੇ ਕਿਸੇ ਬੇਬੁਨਿਆਦ ਚੀਜ਼ ਦੇ ਨਾਲ ਜੋੜਨਾ ਜਿਹੜਾ ਸਿੱਖੀ ਸਿਧਾਂਤਾਂ ਦੇ ਵਿਰੋਧ 'ਚ ਆ ਗੱਲ ਹੈ ਇੱਥੇ ਜੀ। ਬਹੁਤ ਸ਼ੁਕਰੀਆ ਸਰ, ਮੈਨੂੰ ਲੱਗਦਾ ਕਿ ਤਮਾਮ ਮਸਲੇ ਤੇ ਗੱਲਬਾਤ ਕੀਤੀ ਹੈ, ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਪਤਾ ਲੱਗੀਆਂ ਹੋਣਗੀਆਂ। ਚਲੋ ਪਤਾ ਲੱਗਿਆ ਕਿ ਨਹੀਂ, ਪਰ ਮੇਰਾ ਮਤਲਬ ਗੁਰੂ ਰਹਿਮਤ ਕਰੇ ਸੱਚੇ ਪਾਤਸ਼ਾਹ ਕਿ ਅਸੀਂ ਸਮਝ ਸਕੀਏ ਸਾਡਾ ਮਤਲਬ ਜਿਹੜੇ ਗੁਰਦੁਆਰੇ ਆ ਇਹ ਗੁਰੂ ਦੇ ਜਿਹੜੀ ਵਿਚਾਰਧਾਰਾ ਦੇ ਉੱਤੇ ਅਸੀਂ ਸਮਰਪਿਤ ਹੋ ਕੇ ਉਸ ਨੂੰ ਅਰਦਾਸ ਹੀ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਸਮੱਤ ਦੇ। ਕੀ ਮੰਗਦੇ ਆ ਅਸੀਂ? ਸਮੱਤ ਦੇ। ਬਿਲਕੁਲ, ਸਮਝਿਆ ਕਿ ਨਹੀਂ? ਸਮੱਤ ਦਾ ਮਤਲਬ ਸੋਝੀ ਦੇ, ਸਮਝ ਦੇ, ਅੰਡਰਸਟੈਂਡਿੰਗ ਦੇ। ਤਾਂ ਉਹ ਤਾਂ ਅਸੀਂ ਮੰਗਦੇ ਨਹੀਂ। ਉਹਨੂੰ ਕਹੇ ਪਲੇਸ ਆਫ ਵਰਸ਼ਿਪ ਆ, ਤੂੰ ਕੌਣ ਆ ਓਏ ਪਲੇਸ ਆਫ ਵਰਸ਼ਿਪ ਕਹਿਣ ਵਾਲਾ? ਤੇਰੀ ਕੀ ਔਕਾਤ ਆ? ਤੇਰਾ ਕਿਹੜਾ ਇੰਟੈਲੈਕਟ ਆ? ਕਿਹੜੀ ਤੂੰ ਗੱਲ ਨੂੰ ਕੋਟ ਕਰ ਰਿਹਾ, ਕਿਹਨੂੰ ਸਮਝ ਰਿਹਾ, ਕੀ ਕਰ ਰਿਹਾ ਹੈ ਨਾ? ਬਹੁਤ ਸ਼ੁਕਰੀਆ ਸਰ। ਸੋ ਸਨ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੇ ਲਈ ਜਿਹੜੇ ਸ਼ਹਾਦਤ ਦਾ ਮਾਇਨਾ ਕੀ ਹੈਗਾ। ਤਮਾਮ ਮਸਲੇ ਹੋਰ ਵੀ ਜਿਹੜੇ ਸੀਗੇ ਇਹਨਾਂ ਦੇ ਜ਼ਿਹਨ ਦੇ ਵਿੱਚ, ਉਹ ਵੀ ਇਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਦਵੰਦ ਪੈਦਾ ਕੀਤਾ ਜਾਂਦਾ ਹੈਗਾ, ਕਿਵੇਂ ਇੱਕ ਲੋਕਾਂ ਦੀ ਜਿਹੜੀ ਸੋਚ ਹੁੰਦੀ ਹੈ ਉਹਦੇ ਵਿੱਚ ਕਿਵੇਂ ਹੋਰ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ, ਖਾਸ ਕਰਕੇ ਜਦੋਂ ਧਾਰਮਿਕ ਸਥਾਨਾਂ ਦੀ ਗੱਲ ਆਉਂਦੀ ਹੈ ਉਹਨਾਂ ਦੀ, ਤੇ ਧਾਰਮਿਕ ਸਥਾਨਾਂ ਤੇ ਬੈਠੇ ਹੋਏ ਲੋਕ ਜਿਹੜੇ ਨੇ ਉਹ ਕੀ ਭੂਮਿਕਾ ਨਿਭਾ ਰਹੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ ਆਪਣੇ ਜ਼ਰੂਰ ਸਾਂਝੇ ਕਰੋ। ਸਹਿਯੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।